ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ CPC TV। ਪਿਛਲੇ ਐਤਵਾਰ ਤਕਾਲਾਂ ਜੀਆਂ ਟਲ ਰਹੀਆਂ ਸਨ। ਉਸ ਵੇਲੇ ਪੰਜਾਬ ਦੀ ਫਿਜ਼ਾ ਦੇ ਵਿੱਚ ਬਰੂਦ ਗੂੰਜਦਾ ਹੈ। ਉਸ ਬਰੂਦ ਦੀ ਗੂੰਜ ਜਿਹੜੀ ਹੈ ਉਹ ਪੂਰੀ ਦੁਨੀਆ 'ਚ ਸੁਣਾਈ ਦਿੰਦੀ ਹੈ, ਕਿਉਂਕਿ ਉਹ ਬਰੂਦ ਮੂਸੇਵਾਲੇ ਦੇ ਸਰੀਰ ਨੂੰ ਛਲਣੀ ਕਰ ਦਿੰਦਾ। ਸਿੱਧੂ ਮੂਸੇਵਾਲਾ ਟਿੱਬਿਆਂ ਦਾ ਪੁੱਤ ਕਿਹਾ ਜਾਂਦਾ ਸੀਗਾ, ਆਪਣੇ ਆਪ ਨੂੰ ਮੰਨਦਾ ਵੀ ਸੀਗਾ ਕਿ ਮੈਂ ਟਿੱਬਿਆਂ ਦਾ ਪੁੱਤ ਹਾਂ। ਟਿੱਬਿਆਂ ਦਾ ਪੁੱਤ ਆਪਣੇ ਪਿੰਡ ਮੂਸੇ ਦੇ ਵਿੱਚ ਹੀ ਖਾਕਨਸ਼ੀ ਹੋ ਗਿਆ। ਤਾਂ ਖੈਰ, ਇਸ ਤੋਂ 2 ਦਿਨ ਬਾਅਦ ਇੱਕ ਹੋਰ ਸਿੰਗਰ ਕੇ ਹਿੰਦੀ ਫਿਲਮਾਂ ਦਾ ਮਸ਼ਹੂਰ ਸਿੰਗਰ ਕੇ ਚਲਾ ਜਾਂਦਾ ਹੈ। ਇਤਫਾਕ ਵੇਖੋ ਕਿ 2 ਵੱਡੇ ਸਿੰਗਰ 2 ਦਿਨ ਦੇ ਵਕਫੇ ਦੇ ਦੌਰਾਨ ਹੀ ਚਲੇ ਜਾਂਦੇ ਨੇ ਸੰਸਾਰ ਦੇ ਵਿੱਚੋਂ। ਪਰ ਉਤਲੇ ਪੱਧਰ ਤੇ ਜੇ ਤੁਸੀਂ ਦੇਖੋਗੇ ਤਾਂ ਸਮਾਨਤਾ ਤੇ ਇਹ ਹੈ ਕਿ ਦੋਨੇ ਗਾਇਕ ਨੇ, ਪਰ ਇੱਕ ਅਸਮਾਨਤਾ ਹੈ। ਅਸਮਾਨਤਾ ਕੀ ਹੈ ਕਿ ਇੱਕ ਕੌਮਾਂਤਰੀ ਪੱਧਰ ਤੇ ਪਹੁੰਚਿਆ ਪਿੰਡ ਚੋਂ ਹੋ ਕੇ, ਇੱਕ ਐਲੀਟ ਕਲਾਸ ਦਾ ਸਿੰਗਰ ਹੈ ਕੇ। ਇੱਕ ਦਾ ਜੇ ਤੁਸੀਂ ਦੇਖੋਗੇ ਤਾਂ ਫੈਨਸ ਦਾ ਘੇਰਾ ਹੈ ਜਿਹੜਾ, ਉਹ ਵੀ ਪੇਂਡੂ ਵੇਸਟ ਆ। ਉਹਦੇ ਗੀਤਾਂ 'ਚ, ਉਹਦੀਆਂ ਲਿਖਤਾਂ ਦੇ ਵਿੱਚ ਪਿੰਡ ਬੋਲਦਾ ਹੈ। ਮਤਲਬ ਕਿ ਇੱਕ ਪੇਂਡੂ ਕਲਾਕਾਰ ਜਿਹੜਾ ਕਿ ਕੌਮਾਂਤਰੀ ਪੱਧਰ ਤੱਕ ਪਹੁੰਚਦਾ, ਇੱਕ ਐਲੀਟ ਕਲਾਸ ਦਾ ਕਲਾਕਾਰ ਕੇ। ਦੋਹਾਂ ਦੀ ਮੌਤ ਲੋਕਾਂ ਨੂੰ ਗਮਗੀਨ ਕਰ ਗਈ। ਪਰ ਜੇ ਤੁਸੀਂ ਇਹਨਾਂ ਦੋਨਾਂ ਮਾਮਲਿਆਂ ਦੇ ਵਿੱਚ ਉਤਲੇ ਪੱਧਰ ਤੇ, ਕੌਮੀ ਪੱਧਰ ਤੇ ਜੋ ਚਰਚਾ ਚੱਲ ਰਹੀ ਸੀਗੀ ਮੌਤ ਦੇ ਸੰਦਰਭਾਂ ਦੇ ਵਿੱਚ, ਉਸ ਚਰਚਾ ਨੂੰ ਮਹੀਮਤਾ ਦੇ ਨਾਲ ਦੇਖੋਗੇ, ਬੜੀ ਬਾਰੀਕੀ ਦੇ ਨਾਲ, ਬਾਰੀਕ ਬੀਨੀ ਦੇ ਨਾਲ ਦੇਖੋਗੇ, ਤਾਂ ਉਸ ਬਾਰੀਕ ਬਾਨੀ ਦੇ ਵਿੱਚ ਇੱਕ ਚੀਜ਼ ਸਾਫ਼ ਨਜ਼ਰ ਆਉਂਦੀ ਹੈ ਕਿ ਜੋ ਕੇ ਦੇ ਹੱਕ ਦੇ ਵਿੱਚ ਉੱਥੇ ਖਲੋਤਾ ਸੀਗਾ ਇੱਕ ਬਹੁਤ ਵੱਡਾ ਵਰਗ, ਉਹ ਸਿੱਧੂ ਮੂਸੇਵਾਲੇ ਦੇ ਮੌਤ ਦੇ ਵਿੱਚ ਜੋ ਖੁਲਾਸੇ ਹੋਏ ਉਹਨਾਂ ਬਾਰੇ ਕੁਝ ਨਹੀਂ ਸੀ ਬੋਲ ਰਿਹਾ। ਸ਼ਾਇਦ ਉਹ ਚੁੱਪ ਰਹਿਣਾ ਹੀ ਮੁਨਾਸਬ ਸਮਝਿਆ। ਔਰ ਇਸ ਤੋਂ ਅਗਲੀ ਜਿਹੜੀ ਗੱਲ ਕਰੀਏ ਕਿ ਬਹੁਤ ਸਾਰੇ ਹੋਰ ਵੀ ਬੁੱਧੀਜੀਵੀ ਵਿਦਵਾਨ, ਇੱਥੋਂ ਤੱਕ ਕਿ ਲੈਫਟਿਸਟ, ਇਸ ਮਾਮਲੇ ਦੇ ਵਿੱਚ ਕੁਝ ਕਹਿ ਲਓ ਕਿ ਕੰਡ ਜੀ ਕਰਕੇ ਖੜੇ ਨਜ਼ਰ ਆਏ। ਮਸਲਾ ਸਿੱਧੂ ਮੂਸੇਵਾਲੇ ਦੀ ਮੌਤ ਜਾਂ ਕੇ ਦੀ ਮੌਤ ਦੇ ਵਿੱਚ ਫਰਕ ਦਾ ਨਹੀਂ ਹੈ। ਮਸਲਾ ਸਾਡੀ ਸੋਚ ਦਾ, ਔਰ ਖ਼ਾਸ ਤੌਰ ਤੇ ਇੱਕ ਜਿਹੜੇ ਐਲੀਟ ਵਰਗ ਦੀ ਮੈਂ ਗੱਲ ਕਰਦਾ ਕਿ ਸ਼੍ਰੀ ਦੇਵੀ ਟੱਬ 'ਚ ਡੁੱਬ ਕੇ ਮਰਦੀ ਹੈ, ਸੁਸ਼ਾਂਤ ਰਾਜਪੂਤ ਭੇਤ ਭਰੀ ਹਾਲਤ ਦੇ ਵਿੱਚ ਕਥਿਤ ਤੌਰ ਤੇ ਖੁਦਕੁਸ਼ੀ ਕਰ ਜਾਂਦਾ ਹੈ। ਆਰੀਅਨ ਦਾ ਮਾਮਲਾ ਡਰੱਗ ਨਾਲ ਜੁੜਦਾ ਹੈ, ਜੋ ਇੱਕ ਬਹੁਤ ਵੱਡੇ ਪੱਧਰ ਤੇ, ਵਿਆਪਕ ਪੱਧਰ ਤੇ ਬਹਿਸ ਚੱਲਦੀ ਹੈ ਕਿ ਇਹ ਹੋਣਾ ਚਾਹੀਦਾ, ਇਹ ਹੋਣਾ ਚਾਹੀਦਾ, ਇਹ ਹੋਣਾ ਚਾਹੀਦਾ। ਜਦ ਕਿ ਇੱਕ ਪਿੰਡਾਂ 'ਚੋਂ ਉੱਠਿਆ ਕਲਾਕਾਰ ਜਦੋਂ ਸ਼ਰੇਆਮ ਭੁੰਨ ਦਿੱਤਾ ਜਾਂਦਾ ਹੈ, ਸ਼ਰੇਆਮ ਜਦੋਂ ਉਸਦਾ ਸਰੀਰ ਛਲਣੀ ਕਰ ਦਿੱਤਾ ਜਾਂਦਾ, ਤਾਂ ਉਤਲੇ ਪੱਧਰ ਤੇ ਇੱਕ ਕਲਾਕਾਰ ਵਾਸਤੇ ਜਿਹੜਾ ਨੈਚੁਰਲੀ ਡੈਥ ਦਾ ਸ਼ਿਕਾਰ ਹੋਇਆ, ਪਰਫਾਰਮੈਂਸ ਕਰਦਾ ਕਰਦਾ ਹੀ ਹੋ ਚਲੇ ਗਿਆ, ਜਿਹਦਾ ਬਹੁਤ ਦੁੱਖ ਹੈ, ਉਸ ਕਲਾਕਾਰ ਦੇ ਹੱਕ ਦੇ ਵਿੱਚ ਇੱਥੋਂ ਤੱਕ ਕੰਪੇਨ ਚੱਲਦੀ ਹੈ ਕਿ ਇਹਦੇ 'ਚ ਸੈਂਟਰਲ ਏਜੰਸੀਆਂ ਨੂੰ ਇਨਵੋਲਵ ਹੋ ਕੇ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ। ਪਰ ਦੂਸਰੇ ਪਾਸੇ ਜਿੱਥੇ ਸ਼ਰੇਆਮ ਕੁਝ ਗਰੋਹਬਾਜ਼ ਜ਼ਿੰਮੇਵਾਰੀ ਲੈ ਰਹੇ ਆ, ਜਿੱਥੇ ਉਹ ਪੂਰੇ ਧੱਕੜਪੁਣੇ ਨਾਲ ਕਹਿ ਰਹੇ ਆ ਕਿ ਅਸੀਂ ਇਹ ਕੰਮ ਕੀਤਾ, ਅਸੀਂ ਇਸ ਕਾਂਡ ਨੂੰ ਅੰਜਾਮ ਦਿੱਤਾ ਹੈ, ਉੱਥੇ ਉਹ ਵਰਗ ਨਿਆਂ ਦੀ ਗੱਲ ਨਹੀਂ ਕਰਦਾ। ਬੇਈਮਾਨੀ ਇਸ ਸੋਚ ਦੀ ਹੈ, ਬੇਈਮਾਨੀ ਇਹਨਾਂ ਸੰਦਰਭਾਂ ਨੂੰ ਵੱਖੋ ਵੱਖਰੇ ਚਸ਼ਮਿਆਂ ਨਾਲ ਵੇਖਣ ਦੀ ਹੈ ਕਿ ਇੱਕ ਪਾਸੇ ਨੈਚੁਰਲੀ ਡੈਥ ਜਿਹੜੀ ਕਿ ਬਾਅਦ ਦੇ ਵਿੱਚ ਡਾਕਟਰਾਂ ਨੇ ਮੋਹਰ ਲਾ ਕੇ ਡਿਕਲੇਅਰ ਵੀ ਕਰ ਦਿੱਤੀ, ਉੱਥੇ ਇੱਕ ਕੰਪੇਨ ਸਟਾਰਟ ਹੁੰਦੀ ਹੈ ਕਿ ਕੇ ਦੀ ਮੌਤ ਦੇ ਵਿੱਚ ਇਨਵੈਸਟੀਗੇਸ਼ਨ ਜ਼ਰੂਰੀ ਹੈ, ਬਿਲਕੁਲ ਹੋ ਵੀ ਜਾਣੀ ਚਾਹੀਦੀ ਹੈ। ਪਰ ਦੂਸਰੇ ਪਾਸੇ ਜਿੱਥੇ ਇਨਵੈਸਟੀਗੇਸ਼ਨ ਦੇ ਨਾਲੋਂ ਜੇ ਕਹੀਏ ਤਾਂ ਨਿਆਂ ਜ਼ਰੂਰੀ ਹੈ, ਉੱਥੇ ਉਹ ਸਾਰੀਆਂ ਹਸਤੀਆਂ ਜਾਂ ਉਹ ਸਾਰੀਆਂ ਜ਼ੁਬਾਨਾਂ ਜਿਹੜੀਆਂ ਉਹ ਇੱਕ ਭੇਤ ਭਰੀ ਜੀ ਚੁੱਪੀ ਧਾਰ ਲੈਂਦੀਆਂ। ਐਸਾ ਕਿਉਂ? ਸ਼ਾਇਦ ਇਹੀ ਹੈ ਕਿ ਅਸੀਂ ਜੋ ਕਹਿੰਦੇ ਹਾਂ ਨਾ ਕਿ ਅਨੇਕਤਾ 'ਚ ਏਕਤਾ ਹੈ ਇਸ ਮੁਲਕ ਦੇ ਵਿੱਚ, ਪਰ ਕਿਤੇ ਨਾ ਕਿਤੇ ਮੈਨੂੰ ਇਉਂ ਜਾਪਦਾ ਹੈ ਕਿ ਅਸੀਂ ਫਿਰ ਵੀ ਜਾਤਾਂ, ਵਰਗਾਂ, ਮਜ਼ਹਬਾਂ ਦੇ ਵਿੱਚ ਵੰਡੇ ਹੋਏ ਲੋਕ ਹਾਂ। ਅਸੀਂ ਨਿਆਂ ਨੂੰ ਵੀ, ਜਾਂ ਕਹਿ ਲਓ ਕਿ ਨਿਆਂ ਦੀਆਂ ਜ਼ਰੂਰਤਾਂ ਨੂੰ ਵੀ ਵੱਖੋ ਵੱਖਰੇ ਸਮੇਂ 'ਤੇ ਘੜ ਵੀ ਲੈਂਦੇ ਹਾਂ, ਆਪਣੀ ਸੋਚ ਦੀ ਫਰੇਮ ਦੇ ਵਿੱਚ ਜੜ ਵੀ ਲੈਂਦੇ ਹਾਂ, ਔਰ ਕਈ ਵਾਰ ਅਸੀਂ ਦੂਜਿਆਂ ਦੇ ਮੱਥੇ 'ਤੇ ਜਾਂ ਦੂਜਿਆਂ ਦੇ ਸਿਰ 'ਚ ਧਰ ਵੀ ਲੈਂਦੇ ਹਾਂ। ਸੋ ਐਸਾ ਹੀ ਹੈ ਸਾਡਾ ਸਮਾਜ, ਐਸਾ ਹੀ ਹੈ ਸਾਡਾ ਮੁਆਸ਼ਰਾ। ਖੈਰ, ਇਸ ਗੱਲ ਤੋਂ ਅੱਗੇ ਜੇ ਤੁਰੀਏ ਤਾਂ ਮੂਸੇਵਾਲ ਦੀ ਮੌਤ ਦੇ ਸੰਦਰਭ ਦੇ ਵਿੱਚ ਜੇ ਦੇਖੀਏ ਹੁਣ ਤੱਕ ਜੋ ਗੱਲਾਂ ਨਿਕਲੀਆਂ ਨੇ, ਉਹਦੇ ਵਿੱਚ ਇੱਕ ਸਭ ਤੋਂ ਵੱਡੀ ਗੱਲ ਨਿਕਲੀ ਕਿ ਇਸ ਮਸਲੇ ਦਾ ਹੁਣ ਤੱਕ ਬੇਸ਼ੱਕ ਆਫੀਸ਼ੀਅਲੀ
कोई खुलासा नहीं किया गया कि किने इस घटना को अंजाम दिता। जो आप गलबात कर रहे हैं इस वेले अजे तक कुछ भी सरकार वन्नियों या पुलिस वन्नियों स्पष्ट नहीं है, या कह लो कि उन्होंने अजे तक इस गल की पुष्टि नहीं की कि इसनों अंजाम क्यों दिता गया, कातों दिता गया, किन्हां ने दिता, किन्हां ने दबाया। पर जेलों की इस मामले दे विच भी एक भूमिका नज़र आ रही है, क्योंकि जे तुसी देखोगे खास तौर पर पंजाब पुलिस के DG ने जी PC की उन्होंने इशारा कर दिता कि ये गैंगस्टरां का काम है। उस तो बाद निरंतर ऐसिया खबर आईयां कि दिल्ली पुलिस मन के चल रही है कि इस सारी घाड़त नूं कढ़िया गया जेल के अंदर। साडियां पंजाब दीयां जेलों के विचों कुछ गिरोहबाजां नूं कढ़ के रिमांड ते भी लिया गया। पर अज जे तुसी देखोगे तो इन्हां जेलों की एक बारी फिर चर्चा है। तिहाड़ जेल के विच भी फोन की वरतों, और कमाल की गल यह कि उत्थे नज़रबंद एक बंदे ने पिछले दिन एक बहुत वड्डा कांड किया सी। एक एक्ट्रेस के नाल ओदी पूरी की पूरी कहानी जिहड़ी सामने आई कि किस तरह तोहफे दिया करता सी। और दिलचस्प गल यह है कि इन्ना कुछ खर्च करने वास्ते उसने पैसे का जुगाड़ तिहाड़ जेल के विचों लाया सीगा। इत्थे एक बहुत वड्डे डेरे के संचालकों के भांजे जिहड़े आ, सब नूं पता होएगा इस टाइम जेल दे विच ने, उन्हां नूं जेल चों कढवाउण दे नां ते सारा जाल बुनिया गया। और उस तो बाद उन्हां दे घरदिआं नूं फसा के कई 100 करोड़ की ठगी कर ली। कुछ मीडिया रिपोर्ट्स 100 करोड़ तो उत्ते, कुछ 200 करोड़ रुपए तो भी उत्ते दी ठगी दसदे आ। तां ओह बंदा जिहड़ा इस ठगी नूं कर रहा सीगा, तिहाड़ जेल दे विचों ही उहदियां तस्वीरां वायरल हुंदियां जिथे उहदी बैरक दे विच इस तरह के इंतजाम आ कि असीं तुसीं ते छड्डो CCTV कैमरे भी उन्होंने नहीं वेख सकते। मतलब कि CCTV कैमरिਆਂ तो बचन वास्ते भी रेडीमेड जुगाड़ आ। ऐसा ही साडा पंजाब दीयां जेलों का सिस्टम है। अज असीं एक बारी फिर जेलों नूं इस निगाह नाल देखते हैं कि यार रिफॉर्म्स होने चाहिए है। बट जेलों दे विच जदों ये खलारा पैना स्टार्ट होया सीगा, किसी ने उस पासे तवज्जो ही नहीं दी। जेलों के विच शुगल मेला, दारू शारू, कुकड़ शुकड़ ये तो लंबे समय तो चलते आए। जूआ, ड्रग, नशा पंजाब दीयां जेलों के विच आम सन। गोलियां, कैप्सूल, टीके ये सब कुछ आम सी। पर जदों गिरोहबाज बहुत वड्डी तादाद दे विच जेलों च फड़ फड़ के सुट्टने स्टार्ट किए गए तो उत्थे एक दो तरह की समस्या जिहड़ी है वो साडे सामने आई। नंबर एक कि जेलों के विच टैलीफोन वरतने आम हो गए, जिन्हां दे जरिए उत्थों नैक्सस या नैटवर्क चलाए जान लगे। दूजी समस्या उत्थे भी ग्रुपबाजी या कह लो कि झड़पबाजी जिहड़ी है वो आम हो गई। ये दो समस्यावां निकलियां ने। हुण जे इन्हां समस्यावां दे पिछोकड़ वल झाकोगे तो असीं ते उदों भी सुते रहे जां साडा निज़ाम उदों भी सुता रहा जदों बठिंडा जेल दे विच एक गैंगस्टर ने दूसरे दे पट च गोली मार दित्ती सीगी। तुसीं सोचो आम बंदे नूं उदां ही किते हत्थ च कोई कट्टा वच्छा जां पिस्तौल फड़ा दिता जाए वो कंब जाएगा, उहदे हत्थ कंब जाणगे। इत्थे जेल दे विच ही देसी पिस्तौल पहुँच गया। असीं उदों भी या कह लो साडा प्रशासन उदों भी सुता रहा या टाइम पास करता रहा। नाभा जेल ब्रेक कांड हो जाता है, उस तो बाद लुधियाने जेल दे विच एक बहुत वड्डी वायलेंस होंदी है। इस तो इलावा कुछ जेलों के विच कतल भी होंदे ने इक्का दुक्का, उत्थे नाल ही कतल कर दिते जांदे। लड़ाइयां ते आम जी गल आ। फिर इस तो इलावा शराब पार्टी, इत्थों तक कि कई बार ये भी सामने आया कि लाइव स्ट्रीम करके जो सोशल मीडिया ते लाइव का ऑप्शन है उन्होंने इस्तेमाल करके जेलों के विच ऐ दिखाया गया कि आ बैरक है, फलां है, फलां फलां है। वो चीज़ां भी चलदियां रही। हुण नौबत इत्थों तक आ गई आ कि ना सिर्फ गिरोहबाजी, ना सिर्फ गिरोहां नूं संचालन दिता जा रहा जेलों के विच, बल्कि बहुत वड्डी हिंसा फैलण का भी डर है एक बारी फिर। क्यों? क्योंकि सिद्धू मूसेवाले की मौत नूं जे तुसीं समझोगे तो इहदे विच दो तरह दीयां गल्लां सामने आउंदियां। जिम्मेवारी लैण वाला गिरोह कहता है कि इस बंदे ने विक्की मिड्डू खेड़ा नूं मरवाया सी, जो साडा भरा सी असीं उहदा बदला लिया है। पर जिस गैंग का जां जिस गिरोह का जिक्र करके कहा जाता है कि सिद्धू मूसेवाला इन्हां दे नाल एसोसीएट सीगा,
ਉਸ ਗਰੋਹ ਦਾ ਕਹਿਣਾ ਕਿ ਨਹੀਂ, ਇਹ ਮਾਮਲਾ ਸਿਰਫ ਫਰੌਤੀ ਦੇ ਨਾਲ ਜੁੜਿਆ ਹੈ, ਇਹ ਮਾਮਲਾ ਸਿਰਫ ਰਕਮ ਨਾਲ ਜੁੜਿਆ ਜਿਹੜੀ ਇਹਦੇ ਤੋਂ ਮੰਗੀ ਜਾ ਰਹੀ ਸੀਗੀ। ਪਰ ਜੇ ਮਸਲਾ ਰਕਮ ਨਾਲ ਜੁੜਿਆ ਜਾਂ ਫਰੌਤੀ ਨਾਲ ਜੁੜਿਆ ਤਾਂ ਫਿਰ ਸਿੱਧੂ ਮੂਸੇਵਾਲੇ ਦੇ ਬਦਲੇ ਲੈਣ ਦੇ ਲਲਕਾਰੇ ਕਿਉਂ ਵੱਜ ਰਹੇ ਨੇ? ਇਹ ਵੀ ਇੱਕ ਵੱਡਾ ਸਵਾਲ ਰਹੇਗਾ। ਮਤਲਬ ਮੇਰੇ ਕਹਿਣ ਦਾ ਇਹ ਹੈ ਕਿ ਇਹ ਜਿਹੜੀ ਤਾਰ ਜੁੜਦੀ ਹੈ ਜਾ ਕੇ, ਉਹ ਬਹੁਤ ਪਿੱਛੇ ਤੱਕ ਚਲੇ ਜਾਂਦੀ ਹੈ। ਕਹਾਣੀ ਨੂੰ ਜੇ ਸਮਝਣਾ ਹੋਵੇ ਤਾਂ ਇਸ ਤਰ੍ਹਾਂ ਸਮਝ ਲਿਆ ਜਾ ਸਕਦਾ ਹੈ ਕਿ ਇਸ ਵੇਲੇ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ, NCR, UP, ਇੱਥੋਂ ਤੱਕ ਕਿ ਉੱਤਰਾਖੰਡ, ਇਹ ਜਿਹੜਾ ਸਾਰਾ ਏਰੀਆ ਹੈ, ਇਹਦੇ ਵਿੱਚ ਜਿਹੜੇ ਗਰੁੱਪ ਸਨ, ਉਹ ਕਈ ਗਰੁੱਪ ਹੁਣ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਦੋ ਧੜਿਆਂ 'ਚ ਸਮਾਉਂਦੇ ਨਜ਼ਰ ਆ ਰਹੇ ਆ। ਮਤਲਬ ਕਿ ਅਲਾਇੰਸ ਬਣ ਗਏ। ਜਿਵੇਂ ਅਸੀਂ ਸਿਆਸਤ ਦੇ ਵਿੱਚ ਵੇਖਿਆ ਕੌਮੀ ਪੱਧਰ ਤੇ ਕਿ ਦੋ ਮੇਨ ਅਲਾਇੰਸ ਨੇ, ਇੱਕ NDA ਤੇ ਇੱਕ UPA। ਤਾਂ ਇਸ ਤਰ੍ਹਾਂ ਹੁਣ ਦੋ ਵੱਡੇ ਕਹਿ ਲਓ ਕਿ ਅਲਾਇੰਸ ਬਣ ਗਏ, ਛੋਟੇ ਛੋਟੇ ਜਾਂ ਵੱਡੇ ਵੱਡੇ ਗਰੋਹਾਂ ਦੇ। ਉਹ ਲਲਕਾਰੇ ਮਾਰ ਰਹੇ ਨੇ। ਪਰ ਅਸੀਂ ਜਿਵੇਂ ਜੇਲ੍ਹਾਂ ਦੇ ਵਿੱਚ ਜੋ ਕੁਝ ਚੱਲਦਾ ਰਿਹਾ ਉਹਨੂੰ ਰੋਕਣ 'ਚ ਨਾਕਾਮ ਰਹੇ। ਸੰਕੇਤ ਇਹਨਾਂ ਚੀਜ਼ਾਂ ਦੇ ਸਾਨੂੰ ਮਿਲ ਚੁੱਕੇ ਸਨ, ਪਰ ਸਾਡਾ ਨਿਜ਼ਾਮ ਫਿਰ ਸੁੱਤਾ ਰਿਹਾ। ਕਿਉਂ? ਪਰਮੇਸ਼ ਵਰਮਾ ਨੂੰ ਜਦੋਂ ਫਾਇਰ ਮਾਰਿਆ ਗਿਆ, ਗਿੱਪੀ ਗਰੇਵਾਲ ਨੂੰ ਜਦੋਂ ਥ੍ਰੈਟ ਕੀਤਾ ਗਿਆ, ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਗੱਲਾਂ ਨੇ ਜੋ ਇੰਡਸਟਰੀ ਨਾਲ ਜੁੜੀਆਂ ਨੇ ਕਿ ਕਿਸ ਤਰ੍ਹਾਂ ਐਕਸਟੋਰਸ਼ਨ ਲਈ ਜਾਂਦੀ ਹੈ। ਇੱਥੋਂ ਤੱਕ ਕਿ ਜੇ ਤੁਸੀਂ ਇਸੇ ਸਾਲ ਇੱਕ ਵੱਡੇ ਹੋਰ ਕਤਲकांड ਨੂੰ ਵੇਖ ਕੇ ਚੇਤੇ ਕਰੋ ਤਾਂ ਸੰਦੀਪ ਨੰਗਲ ਅੰਬੀਆਂ ਦੇ ਮਾਮਲੇ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਸੀਗੀ ਕਿ 2020 ਦੇ ਵਿੱਚ ਹੀ ਪੰਜਾਬ ਪੁਲਿਸ ਦੇ DGP ਨੂੰ ਸ਼ਿਕਾਇਤ ਦਿੱਤੀ ਗਈ ਸੀਗੀ ਕਿ ਕਬੱਡੀ ਦੇ ਵਿੱਚ ਗੈਂਗਸਟਰ ਜਿਹੜੇ ਆ ਉਹ ਆਪਣਾ ਦਖਲ ਵਧਾ ਰਹੇ ਆ। ਪਰ ਅਫਸੋਸ ਦੀ ਗੱਲ ਕਿ ਕੁਝ ਵੀ ਨਹੀਂ ਹੋਇਆ। ਹੁਣ ਜਦੋਂ ਕਬੱਡੀ ਦੇ ਵਿੱਚ ਪੈਸਾ ਆਇਆ ਤਾਂ ਕਬੱਡੀ ਦੇ ਵਿੱਚ ਕ੍ਰਾਈਮ ਆਪਣੇ ਆਪ ਹੀ ਕੈਂਚੀ ਮਾਰਨੀ ਸਟਾਰਟ ਕਰ ਦਿੰਦਾ ਹੈ। ਇਸੇ ਤਰ੍ਹਾਂ ਜੇ ਤੁਸੀਂ ਮਿਊਜ਼ਿਕ ਇੰਡਸਟਰੀ ਜਾਂ ਫਿਲਮ ਇੰਡਸਟਰੀ ਨੂੰ ਗਰੋ ਹੁੰਦਿਆਂ ਦੇਖੋਗੇ, ਜਿਵੇਂ ਹੁਣ ਇੱਕ ਫਿਲਮ ਇੰਡਸਟਰੀ ਦਾ ਮੈਂ ਤੁਹਾਨੂੰ ਛੋਟਾ ਜਿਹਾ ਫਿਗਰ ਦੇਵਾਂ ਕਿ ਜਿਹੜੀ ਸਾਡੀ ਫਿਲਮ ਇੰਡਸਟਰੀ 2011 ਦੇ ਵਿੱਚ 100 ਕਰੋੜ ਤੋਂ ਥੱਲੇ ਸੀ, ਅੱਜ ਉਹਦਾ ਟਰਨਓਵਰ ਜਿਹੜਾ ਹੈ ਉਹ ਤਕਰੀਬਨ ਕਾਰੋਬਾਰ ਜਿਹਨੂੰ ਆਪਾਂ ਕਹੀਏ ਕਿ 500 ਕਰੋੜ ਦਾ ਹੈ। ਇਹ ਲਗਾਤਾਰ ਵੱਧ ਰਿਹਾ ਹੈ ਔਰ ਨਾਲ ਦੀ ਨਾਲ ਹੀ ਇਧਰਲੇ ਪਾਸੇ ਵੀ ਕ੍ਰਾਈਮ ਜਿਹੜਾ ਹੈ ਹੋਣਾ ਸਟਾਰਟ ਹੋ ਜਾਂਦਾ ਹੈ। ਕ੍ਰਿਮੀਨਲਸ ਇੱਧਰ ਵੀ ਐਂਟਰੀ ਮਾਰ ਲੈਂਦੇ ਆ। ਇਸੇ ਤਰ੍ਹਾਂ ਮਿਊਜ਼ਿਕ ਇੰਡਸਟਰੀ ਹੈ। ਕਿਸੇ ਟਾਈਮ ਕਲਾਕਾਰਾਂ ਦੀਆਂ ਕੈਸਟਾਂ ਵਿਕਦੀਆਂ ਸਨ, ਉਹ ਕਮਾਈ ਸੀ, ਜਾਂ ਅਖਾੜੇ ਲੱਗਦੇ ਸੀ। ਅੱਜ YouTube ਤੇ ਇੱਕ ਹਿੱਟ ਗੀਤ ਦੇ ਬਹੁਤ ਸਾਰੇ ਪੈਸੇ ਆ ਜਾਂਦੇ ਆ। ਇੱਕ ਗੀਤ ਕਲਿੱਕ ਕਰ ਗਿਆ, ਤੁਸੀਂ ਸਟਾਰ ਹੋ। ਤਾਂ ਇਸੇ ਤਰ੍ਹਾਂ ਮਿਊਜ਼ਿਕ ਦੇ ਵਿੱਚ ਜਦੋਂ ਗਲੈਮਰਸ ਦੇ ਨਾਲ ਨਾਲ ਪੈਸਾ ਆਉਣਾ ਸ਼ੁਰੂ ਹੋਇਆ ਤਾਂ ਇੱਥੇ ਵੀ ਐਂਟਰੀ ਹੋ ਗਈ ਗੈਂਗਸਟਰਾਂ ਦੀ। ਔਰ ਇੱਥੋਂ ਤੀਕ ਕਿ ਪੁਲਿਸ ਦੇ ਕੋਲ ਅੱਜ ਵੀ ਰਿਕਾਰਡ ਦੇ ਵਿੱਚ ਇਹ ਚੀਜ਼ ਮੌਜੂਦ ਹੋਏਗੀ ਕਿ ਬੀਤੇ ਸਾਲ ਹੀ ਇੰਕਸ਼ਾਫ ਹੋ ਗਿਆ ਸੀਗਾ ਕਿ ਇੱਥੋਂ ਤੱਕ ਕਿ ਗੈਂਗਸਟਰਾਂ ਨੇ, ਗਰੋਹਬਾਜ਼ਾਂ ਨੇ ਆਪਣੀਆਂ ਮਿਊਜ਼ਿਕ ਕੰਪਨੀਆਂ ਖੜੀਆਂ ਕਰ ਲਈਆਂ ਨੇ ਪੈਸਾ ਲਾ ਕੇ। ਪਰ ਸਾਡਾ ਨਿਜ਼ਾਮ ਸੁੱਤਾ ਰਿਹਾ। ਔਰ ਇਸ ਚੀਜ਼ ਨੂੰ ਜੇ ਤੁਸੀਂ ਦੇਖੋਗੇ ਸਿੱਧੂ ਮੂਸੇਵਾਲੇ ਦੀ ਮੌਤ ਨੂੰ ਹੁਣ ਦੋਵਾਂ ਪੱਖਾਂ ਤੋਂ ਲੈ ਲਓ ਕਿ ਜੇ ਤਾਂ ਕੋਈ ਸਿੰਗਰ, ਜਿਵੇਂ ਮਨਕੀਰਤ ਔਲਖ ਦਾ ਵੀ ਜ਼ਿਕਰ ਆ ਰਿਹਾ ਹੈ, ਕਿਹਾ ਜਾ ਰਿਹਾ ਕਿ ਦੂਜੇ ਗਰੁੱਪ ਵੱਲੋਂ ਕਿ ਹੁਣ ਅਸੀਂ ਇਹਨੂੰ ਮਾਰ ਦੇਵਾਂਗੇ, ਤਾਂ ਮਨਕੀਰਤ ਔਲਖ ਦੀਆਂ ਜੇ ਤੁਸੀਂ ਫੋਟੋਆਂ ਦੇਖੋਗੇ ਵਾਇਰਲ ਹੋ ਰਹੀਆਂ ਨੇ, ਕਈ ਫੋਟੋਆਂ ਵਾਇਰਲ ਹੋ ਰਹੀਆਂ ਨੇ। ਔਰ ਵਿੱਕੀ ਮਿੱਡੂ ਖੇੜੇ ਦੇ ਨਾਲ ਤਾਂ ਉਹਦੀ ਐਲਾਨੀਆਂ ਦੋਸਤੀ ਸੀਗੀ। ਵਿੱਕੀ ਮਿੱਡੂ ਖੇੜਾ ਕਿਸੇ ਸਮੇਂ ਚੰਡੀਗੜ੍ਹ ਦੇ ਵਿੱਚ ਅੱਛਾ ਪ੍ਰਭਾਵ ਰੱਖਦਾ ਸੀਗਾ ਔਰ ਉਸ ਪ੍ਰਵਾਹ ਚੋਂ ਜਿਹੜੀ ਕਿ ਕਹ ਲਈਏ ਕਿ ਵਿਦਿਆਰਥੀ ਰਾਜਨੀਤੀ ਦੀ ਪ੍ਰਵਾਹ, ਉਹਦੇ ਵਿੱਚੋਂ ਬਹੁਤ ਸਾਰੇ ਲੋਕ ਜਿਹੜੇ ਸਿਆਸਤ ਦੇ ਵਿੱਚ ਆਏ, ਵੱਖ-ਵੱਖ ਪਾਰਟੀਆਂ 'ਚ ਚਲੇ ਗਏ, ਪਰ ਕੁਝ ਗੈਂਗਿਜ਼ਮ ਵੱਲ ਵੀ ਮੁੜ ਗਏ। ਲਾਰੈਂਸ ਉਹਨਾਂ 'ਚੋਂ ਇੱਕ ਸੀ ਜੋ ਵਿੱਕੀ ਮਿੱਡੂ ਖੇੜਾ ਹੋਰਾਂ ਦਾ ਉਸ ਟਾਈਮ ਦੋਸਤ ਸੀਗਾ। ਉਮਰ 'ਚ ਬੇਸ਼ੱਕ ਥੋੜਾ ਛੋਟਾ ਸੀਗਾ। ਮਨਕੀਰਤ ਔਲਖ ਵੀ ਉਹਨਾਂ ਸਮਿਆਂ ਦਾ ਦੋਸਤ ਹੈ। ਤਾਂ ਇਹਨਾਂ ਤੰਦਾਂ ਨੂੰ ਜੇ ਤੁਸੀਂ ਇੱਕ ਇੱਕ ਕਰਕੇ ਫੋਲੋਗੇ ਤਾਂ ਤੁਹਾਨੂੰ ਕਹਾਣੀ ਸਮਝ ਆ ਜਾਏਗੀ ਕਿ ਮਿਊਜ਼ਿਕ ਇੰਡਸਟਰੀ, ਕਬੱਡੀ, ਫਿਲਮ ਇੰਡਸਟਰੀ, ਕਾਰੋਬਾਰੀ, ਇਹ ਸਾਰਾ ਕੁਝ ਜਿਹੜਾ ਹੌਲੀ 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 ਇਸ ਚੱਕਰ ਚੁੰਡੇ ਦਾ ਸ਼ਿਕਾਰ ਹੋ ਰਿਹਾ। ਸਿੱਧੂ ਮੂਸੇਵਾਲਾ ਬਾਰੇ ਜੋ ਦੋ ਤਰ੍ਹਾਂ ਦੀਆਂ ਗੱਲਾਂ ਗੈਂਗਸਟਰ ਆਪੋ ਵਿੱਚ ਦੀ ਹੁਣ ਲੜ ਕੇ ਕਰ ਰਹੇ ਆ, ਇੱਕ ਕਹਿ ਰਿਹਾ ਕਿ ਫਿਰੌਤੀ ਮੰਗੀ ਗਈ ਸੀ, ਦੂਸਰਾ ਕਹਿ ਰਿਹਾ ਕਿ ਨਹੀਂ, ਸਾਡਾ ਭਰਾ ਮਾਰਨ ਦੇ ਵਿੱਚ ਇਹਨਾਂ ਦਾ ਹੱਥ ਸੀ। ਦਿੱਲੀ ਪੁਲਿਸ ਨੇ ਕਹਿ ਦਿੱਤਾ ਕਿ ਸਿੱਧੂ ਮੂਸੇਵਾਲੇ ਦੀ ਸ਼ਮੂਲੀਅਤ ਹੈ, ਪਰ ਉਹਨੂੰ
ਸ਼ਾਮਲ ਨਹੀਂ ਕੀਤਾ ਗਿਆ ਕਿਸੇ ਕਿਸਮ ਦੀ ਇਨਵੈਸਟੀਗੇਸ਼ਨ ਦੇ ਵਿੱਚ। ਪਰ ਬਾਵਜੂਦ ਇਸ ਦੇ ਅਸੀਂ ਉਡੀਕ ਕੀਤੀ ਤੇ ਉਸ ਤੋਂ ਬਾਅਦ ਜਦੋਂ ਨਿਆਂ ਨਹੀਂ ਹੋਇਆ ਜਾਂ ਗ੍ਰਿਫਤਾਰੀ ਨਹੀਂ ਹੋਈ, ਅਸੀਂ ਇਹ ਕੰਮ ਕਰ ਦਿੱਤਾ। ਹੁਣ ਦੂਜਾ ਗਰੁੱਪ ਜਿਹੜਾ ਉਹ ਇਹ ਕਹਿ ਰਿਹਾ ਕਿ ਨਹੀਂ, ਇਹ ਫਰੌਤੀ ਦਾ ਮਸਲਾ ਸੀਗਾ। ਹੁਣ ਦੋਵਾਂ ਚੋਂ ਇੱਕ ਵੀ ਥਿਊਰੀ ਜੇ ਸੱਚੀ ਹੈ, ਚਾਹੇ ਫਰੌਤੀ ਮੰਗੀ ਜਾ ਰਹੀ ਹੈ, ਤੇ ਇਹਦਾ ਮਤਲਬ ਇਹ ਆ ਕਿ ਜਿਹੜੀ ਐਕਸਟੋਰਸ਼ਨ ਮਨੀ, ਜਿਹਨੂੰ ਗੁੰਡਿਆਂ ਦੀ ਭਾਸ਼ਾ 'ਚ ਪ੍ਰੋਟੈਕਸ਼ਨ ਮਨੀ ਕਿਹਾ ਜਾਂਦਾ ਹੈ, ਉਹ ਤਾਂ ਜਾ ਰਹੀ ਹੈ। ਫਿਰ ਇਹਦਾ ਮਤਲਬ ਕਿ ਜਾਂ ਮੰਗੀ ਜਾ ਰਹੀ ਹੈ, ਇਹ ਸੱਚਾਈ ਹੈ, ਹਕੀਕਤ ਹੈ। ਤੇ ਦੂਸਰੀ ਗੱਲ ਕਿ ਜੇ ਐਸੋਸੀਏਟ ਹੋਣ ਦੀ ਗੱਲ ਕਿਤੇ ਨਾ ਕਿਤੇ ਸੱਚੀ ਹੈ, ਚਾਹੇ ਕੋਈ ਵੀ ਸਿੰਗਰ ABC, ਇਹ ਸਭ ਤੋਂ ਖਤਰਨਾਕ ਕਹਾਣੀ ਹੈ। ਇਹ ਸਭ ਤੋਂ ਖਤਰਨਾਕ ਕਹਾਣੀ ਹੈ ਕਿ ਕਿਤੇ ਇਹ ਤਾਂ ਨਹੀਂ ਹੈ ਕਿ ਜਿਹੜੇ ਲੋਕ ਬਹੁਤ ਮਸ਼ਹੂਰ ਨੇ, ਕਿਤੇ ਨਾ ਕਿਤੇ ਅੰਦਰ ਖਾਤੇ ਉਹ ਕੁਛ ਹੋਰ ਵੀ ਕਰ ਰਹੇ ਹੋਣ, ਚਾਹੇ ਕੋਈ ਵੀ ਸਿੰਗਰ ਹੋਵੇ, ਚਾਹੇ ਕੋਈ ਵੀ ਆਰਟਿਸਟ ਹੋਵੇ। ਕਿ ਵਕਤ ਰਹਿੰਦਿਆਂ ਖੁਫੀਆ ਤੌਰ ਤੇ ਪੰਜਾਬ ਸਰਕਾਰ ਇਹਦੀ ਜਾਂਚ ਪੜਤਾਲ ਨਹੀਂ ਸੀ ਕਰਵਾ ਸਕਦੀ, ਔਰ ਕੀ ਨਹੀਂ ਸੀ ਕਰਵਾਉਣੀ ਚਾਹੀਦੀ? ਕਿ ਹੁਣ ਵੀ ਅਜਿਹਾ ਕੀਤਾ ਜਾਏਗਾ? ਠੀਕ ਹੈ, ਸਿੰਗਰਾਂ ਦੀ ਪ੍ਰੋਟੈਕਸ਼ਨ, ਸਿੰਗਰਾਂ ਦੀ ਸੁਰੱਖਿਆ ਉਹ ਪਹਿਲ ਦੇ ਆਧਾਰ ਤੇ ਦਿੱਤੀ ਜਾਣੀ ਚਾਹੀਦੀ ਹੈ, ਉਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਸਿੱਧੂ ਮੂਸੇਵਾਲੇ ਨੂੰ ਨਿਆਂ ਮਿਲਣਾ ਚਾਹੀਦਾ। ਜੇ ਉਹ ਕਿਸੇ ਵੀ ਕ੍ਰਾਈਮ ਦੇ ਵਿੱਚ ਜਾਂ ਕਿਸੇ ਵੀ ਗੈਰ ਕਾਨੂੰਨੀ ਗਤੀਵਿਧੀ 'ਚ ਸ਼ਾਮਲ ਸੀ ਤਾਂ ਉਹਦੇ ਤੇ ਕੇਸ ਹੁੰਦਾ, ਉਹਦੀ ਬਣਦੀ ਸਜ਼ਾ ਭੁਗਤਦਾ, ਕੋਈ ਚੱਕਰ ਨਹੀਂ ਸੀ। ਪਰ ਕਿਸੇ ਨੂੰ ਮਾਰਨ ਦਾ ਜਾਂ ਕਿਸੇ ਨੂੰ ਖੁਦ ਹੱਥੀਂ ਸਜ਼ਾ ਦੇਣ ਦਾ ਕਿਸੇ ਕੋਲ ਹੱਕ ਨਹੀਂ ਹੈ, ਇਹ ਗੱਲ ਸੱਚ ਹੈ। ਤਾਂ ਮੈਂ ਕਹਿ ਰਿਹਾ ਕਿ ਇਸ ਖੇਡ ਨੂੰ ਰੋਕਣ ਵਾਸਤੇ ਹੁਣ ਕੀ ਕੀਤਾ ਜਾਊਗਾ? ਕਿ ਉਹ ਇੰਟੈਲੀਜੈਂਸੀ ਜਿਹੜੀ ਕਿ ਇੰਨੀ ਕਾਬਲ ਆ ਕਿ ਉਹਦੇ ਖੁਦ ਦੇ ਹੈੱਡਕੁਆਟਰ ਤੇ ਹਮਲਾ ਹੋ ਜਾਂਦਾ ਹੈ, ਪਰ ਉਹ ਪੀਜ਼ਾ ਖਾਣ ਦੇ ਵਿੱਚ ਕਿਤੇ ਨਾ ਕਿਤੇ ਮਸ਼ਰੂਫ ਰਹਿੰਦੀ ਹੈ, ਕਿ ਉਹੀ ਇੰਟੈਲੀਜੈਂਸੀ ਕੁਛ ਨਾ ਕੁਛ ਡੱਡਾ ਭੋਰ ਕੇ ਦਿਖਾਏਗੀ। ਉਹ ਪਤਾ ਕਰੇਗੀ ਹੇਠਲੇ ਪੱਧਰ ਤੇ ਗੁਪਤ ਜਾਂਚ ਕਰਕੇ ਕਿ ਐਕਸਟੋਰਸ਼ਨ ਮਨੀ ਕਿਹੜੇ ਕਿਹੜੇ ਸਿੰਗਰ ਦੇ ਚੁੱਕੇ ਆ, ਕਿਹੜੇ ਕਿਹੜੇ ਆਰਟਿਸਟ ਦੇ ਚੁੱਕੇ ਜਾਂ ਦੇਣ ਦੀ ਤਿਆਰੀ ਕਰ ਰਹੇ ਆ, ਕਿਹਨਾਂ ਨੂੰ ਥ੍ਰੈਟ ਕੀਤਾ ਜਾ ਰਿਹਾ, ਕਿਹਨਾਂ ਤੋਂ ਲਈ ਜਾ ਰਹੀ ਆ, ਕਿਹਨਾਂ ਨੇ ਇਹ ਦਵਾਈ ਆ। ਇਹ ਆਪਣੇ ਆਪ ਦੇ ਵਿੱਚ ਬਹੁਤ ਸੈਂਸਿਟਿਵ ਇਸ਼ੂ ਹੈ। ਮੈਂ ਅੱਗੇ ਵੀ ਕਹਿੰਦਾ ਕਿ ਜੋ ਮਿਊਜ਼ਿਕ ਇੰਡਸਟਰੀ ਹੁੰਦੀ ਹੈ, ਫਿਲਮ ਇੰਡਸਟਰੀ ਹੁੰਦੀ ਹੈ, ਇਹ ਰੁਜ਼ਗਾਰ ਵੀ ਦਿੰਦੀ ਹੈ, ਤੁਹਾਨੂੰ ਪੈਸਾ ਵੀ ਦਿੰਦੀ ਹੈ। ਸੋ ਦੋਹੇ ਚੀਜ਼ਾਂ, ਕਿਤੇ ਕੱਲ ਨੂੰ ਇਹ ਨਾ ਹੋਵੇ ਕਿ ਗੋਲੀਆਂ ਦਾ ਸ਼ਿਕਾਰ ਹੋ ਜਾਣ। ਸਿੱਧੂ ਮੂਸੇਵਾਲਾ ਸਰੀਰਕ ਤੌਰ ਤੇ ਚਲਾ ਗਿਆ, ਕਿਤੇ ਇਹ ਨਾ ਹੋਵੇ ਕਿ ਆਉਣ ਵਾਲੇ ਸਮੇਂ 'ਚ ਸਾਡੇ ਜਿਹੜੇ ਬਚੇ ਕੁਚੇ ਆਰਥਿਕ ਵਸੀਲੇ ਆ ਉਹ ਵੀ ਇਸੇ ਤਰ੍ਹਾਂ ਚਲੇ ਜਾਣ। ਸੋ ਜ਼ਰੂਰਤ ਇਸ ਗੱਲ ਦੀ ਹੈ ਕਿ ਡਿਮਾਂਡ ਨਿਆਂ ਦੇ ਨਾਲ ਨਾਲ ਇਸ ਗੱਲ ਦੀ ਵੀ ਹੋਵੇ ਕਿ ਇਹ ਸਾਰਾ ਜਿਹੜਾ ਤਾਣਾ ਬਾਣਾ ਅੰਦਰ ਤੀਕ ਲੱਥਾ ਪਿਆ ਹੈ, ਇਹਨੂੰ ਬੁੱਝਿਆ ਜਾਵੇ ਔਰ ਇਹਨੂੰ ਤੋੜਿਆ ਜਾਵੇ। ਜਦ ਤੱਕ ਇਹ ਟੁੱਟਦਾ ਨਹੀਂ, ਤਦ ਤੱਕ ਮੈਨੂੰ ਨਹੀਂ ਲੱਗਦਾ ਕਿ ਇਸ ਖਿੱਤੇ ਦੇ ਵਿੱਚ, ਇਸ ਪੰਜਾਬ ਦੇ ਵਿੱਚ ਕੋਈ ਅਸੀਂ ਸੁੱਖ ਦਾ ਸਾਹ ਲੈ ਲਵਾਂਗੇ। ਕਿਉਂਕਿ ਇੱਕ ਪਾਸੇ ਰਿਵੈਂਜ, ਦੂਸਰੇ ਪਾਸੇ ਰੰਗਦਾਰੀ, ਰਿਵੈਂਜ ਬਦਲਾ ਉਹ ਚੱਲੀ ਜਾ ਰਿਹਾ, ਦੂਸਰੇ ਪਾਸੇ ਰੰਗਦਾਰੀ ਚੱਲੀ ਜਾ ਰਹੀ ਹੈ। ਤਾਂ ਅਮਨ ਕਾਨੂੰਨ ਕਿੱਥੇ ਜਾਏਗਾ? ਇਹ ਸੋਚਣ ਦੀ ਗੱਲ ਹੈ, ਸਮਝਣ ਦੀ ਗੱਲ ਹੈ। ਖੈਰ, ਅਗਲੀ ਵਾਰ ਫਿਰ ਮਿਲਦੇ ਹਾਂ ਖਾਸ ਪ੍ਰੋਗਰਾਮ ਦੇ ਵਿੱਚ। ਧੰਨਵਾਦ ਜੀ।